निशान रहे बोले सो निहाल। मुंह करो मुंह कराओ मुंह कराओ। आओ वीर जी आ जाओ। देख के पैर मारी सट से लगे ने पूरा खालसा पंथ पूरे जाहो जलाल के नाल इस बार 12 नवंबर 2019 ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਦੇ ਵਿੱਚ ਰੁੱਝਿਆ ਹੋਇਆ ਹੈ। ਇਸ ਵੇਲੇ ਗੁਰਦੁਆਰਾ ਸ੍ਰੀ ਜਨਮਸਥਾਨ ਵਿਖੇ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੇ ਜਿਹੜੇ ਵੀਰ ਨੇ ਉਹ 20 ਮੁਲਕਾਂ ਦਾ ਸਫ਼ਰ ਕਰਨ ਤੋਂ ਬਾਅਦ ਰਾਏ ਭੋਜ ਦੀ ਤਲਵੰਡੀ ਜਿਸ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਨਾਲ ਨਾਲ ਪੂਰਾ ਸਿੱਖ ਜਗਤ ਯਾਦ ਕਰਦਾ ਹੈ ਉੱਥੇ ਪਹੁੰਚੇ ਹਾਂ।
ਨਨਕਾਣਾ ਸਾਹਿਬ ਦੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ, ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਔਰ ਨਨਕਾਣਾ ਸਾਹਿਬ ਦੇ ਜਿਹੜਾ ਪ੍ਰੈਸ ਮੀਡੀਆ ਹੈ, ਇਲੈਕਟ੍ਰੋਨਿਕ ਮੀਡੀਆ ਨਨਕਾਣਾ ਸਾਹਿਬ ਵੱਲੋਂ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਇਹ ਸਭ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਅਪਾਰ ਬਖਸ਼ਿਸ਼ ਕਰਕੇ ਇਹਨਾਂ ਵੀਰਾਂ ਤੋਂ ਇਹ ਸੇਵਾ, ਇਹ ਯਾਤਰਾ ਕਰਵਾ ਰਹੇ ਹਨ। ਨਨਕਾਣਾ ਸਾਹਿਬ ਦਾ ਜਿਹੜਾ ਪ੍ਰੈਸ ਕਲੱਬ ਨੇ, ਇਲੈਕਟ੍ਰੋਨਿਕ ਮੀਡੀਆ, ਇਹਨਾਂ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਵਿੱਚ ਵਸਣ ਵਾਲੇ ਜਿਹੜਾ ਸਿੱਖ ਭਾਈਚਾਰਾ ਹੈ, ਸਿੱਖ ਕੌਮ ਦੇ ਹਰ ਤਿਉਹਾਰ ਨੂੰ, ਹਰ ਗੁਰਪੁਰਬ ਨੂੰ, ਹਰ ਸਪੋਰਟਸ ਮੇਲੇ ਨੂੰ ਮੀਡੀਆ ਦੇ ਉੱਤੇ ਲਿਆਇਆ ਜਾਵੇ, ਤਾਂ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੇ ਨਾਲ ਜੋ ਪਿਆਰ, ਮੁਹੱਬਤ, ਰਵਾਦਾਰੀ ਦਾ ਕੋਸ਼ਿਸ਼ ਕਰ ਰਹੀ ਹੈ, ਸਬੂਤ ਦੇ ਰਹੀ ਹੈ, ਉਹ ਦੁਨੀਆ ਦੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਜਿਹਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਸਾਹਿਬ ਨੇ ਇਸ ਸਾਲ ਸਿੱਖ ਕੌਮ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ ਕੇ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ। ਇਹ ਕਿਸੇ ਦੇ ਬੰਦੇ ਦੇ, ਇਕੱਲੇ ਬੰਦੇ ਦੀ ਵੱਸ ਨਹੀਂ, ਇਹ ਕੁਦਰਤ ਆਪ ਜਦੋਂ ਮਿਹਰ ਕਰਦੀ ਹੈ ਫਿਰ ਇਹੋ ਜਿਹੇ ਕੰਮ ਹੁੰਦੇ ਨੇ। ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਦੇ ਮਹਾਰਾਜ ਨੇ 18 ਸਾਲ ਕਿਰਤ ਕਰਕੇ, ਨਾਮ ਜਪ ਕੇ ਲੋਕਾਂ ਵਿੱਚ ਆਪਸੀ ਭਾਈਚਾਰਾ, ਪਿਆਰ ਪੈਦਾ ਕੀਤਾ। ਤਾਂ ਹੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਅੱਜ ਵੀ ਉੱਥੇ ਆਉਣ ਵਾਲੇ ਸਿੱਖ, ਮੁਸਲਮਾਨ, ਹਿੰਦੂ, ਮਸੀਹ ਹਰ ਇੱਕੋ ਹੀ ਗੱਲ ਕਹਿੰਦੇ ਨੇ, ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ। ਇਸੇ ਤਰ੍ਹਾਂ ਨਨਕਾਣਾ ਸਾਹਿਬ ਦੀ ਧਰਤੀ ਪੂਰਾ ਖਾਲਸਾ ਪੰਥ ਪੂਰੇ ਜਾਹੋ ਜਲਾਲ ਦੇ ਨਾਲ ਇਸ ਵਾਰ 12 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਦੇ ਵਿੱਚ ਰੁੱਝਿਆ ਹੋਇਆ ਹੈ। ਇਸ ਵੇਲੇ ਗੁਰਦੁਆਰਾ ਸ੍ਰੀ ਜਨਮ ਸਥਾਨ ਵਿਖੇ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੇ ਜਿਹੜੇ ਵੀਰ ਨੇ, ਉਹ 20 ਮੁਲਕਾਂ ਦਾ ਸਫ਼ਰ ਕਰਨ ਤੋਂ ਬਾਅਦ ਰਾਏ ਭੋਇ ਦੀ ਤਲਵੰਡੀ, ਜਿਸ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਨਾਲ ਪੂਰਾ ਸਿੱਖ ਜਗਤ ਯਾਦ ਕਰਦਾ ਹੈ, ਉੱਥੇ ਪਹੁੰਚੇ ਹਾਂ। ਨਨਕਾਣਾ ਸਾਹਿਬ ਦੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ, ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਔਰ ਨਨਕਾਣਾ ਸਾਹਿਬ ਦੇ ਜਿਹੜਾ ਪ੍ਰੈਸ ਮੀਡੀਆ ਹੈ, ਇਲੈਕਟ੍ਰੋਨਿਕ ਮੀਡੀਆ ਨਨਕਾਣਾ ਸਾਹਿਬ ਵੱਲੋਂ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਇਹ ਸਭ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਅਪਾਰ ਬਖਸ਼ਿਸ਼ ਕਰਕੇ ਇਹਨਾਂ ਵੀਰਾਂ ਤੋਂ ਇਹ ਸੇਵਾ, ਇਹ ਯਾਤਰਾ ਕਰਵਾ ਰਹੇ ਹਨ। ਨਨਕਾਣਾ ਸਾਹਿਬ ਦਾ ਜਿਹੜਾ ਪ੍ਰੈਸ ਕਲੱਬ ਨੇ, ਇਲੈਕਟ੍ਰੋਨਿਕ ਮੀਡੀਆ, ਇਹਨਾਂ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਵਿੱਚ ਵਸਣ ਵਾਲੇ ਜਿਹੜਾ ਸਿੱਖ ਭਾਈਚਾਰਾ ਹੈ, ਸਿੱਖ ਕੌਮ ਦੇ ਹਰ ਤਿਉਹਾਰ ਨੂੰ, ਹਰ ਗੁਰਪੁਰਬ ਨੂੰ, ਹਰ ਸਪੋਰਟਸ ਮੇਲੇ ਨੂੰ ਮੀਡੀਆ ਦੇ ਉੱਤੇ ਲਿਆਇਆ ਜਾਵੇ, ਤਾਂ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੇ ਨਾਲ ਜੋ ਪਿਆਰ, ਮੁਹੱਬਤ, ਰਵਾਦਾਰੀ ਦਾ ਕੋਸ਼ਿਸ਼ ਕਰ ਰਹੀ ਹੈ, ਸਬੂਤ ਦੇ ਰਹੀ ਹੈ, ਉਹ ਦੁਨੀਆ ਦੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਜਿਹਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਸਾਹਿਬ ਨੇ ਇਸ ਸਾਲ ਸਿੱਖ ਕੌਮ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ ਕੇ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ। ਇਹ ਕਿਸੇ ਦੇ ਬੰਦੇ ਦੇ, ਇਕੱਲੇ ਬੰਦੇ ਦੀ ਵੱਸ ਨਹੀਂ, ਇਹ ਕੁਦਰਤ ਆਪ ਜਦੋਂ ਮਿਹਰ ਕਰਦੀ ਹੈ ਫਿਰ ਇਹੋ ਜਿਹੇ ਕੰਮ ਹੁੰਦੇ ਨੇ। ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਦੇ ਮਹਾਰਾਜ ਨੇ 18 ਸਾਲ ਕਿਰਤ ਕਰਕੇ, ਨਾਮ ਜਪ ਕੇ ਲੋਕਾਂ ਵਿੱਚ ਆਪਸੀ ਭਾਈਚਾਰਾ, ਪਿਆਰ ਪੈਦਾ ਕੀਤਾ। ਤਾਂ ਹੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਅੱਜ ਵੀ ਉੱਥੇ ਆਉਣ ਵਾਲੇ ਸਿੱਖ, ਮੁਸਲਮਾਨ, ਹਿੰਦੂ, ਮਸੀਹ ਹਰ ਇੱਕੋ ਹੀ ਗੱਲ ਕਹਿੰਦੇ ਨੇ, ਨਾਨਕ ਸ਼ਾਹ ਫਕੀਰ, हिंदू का गुरु मुसलमान का पीर। इसी तरह ननकाना साहब की मोटरसाइकिल क्लब कनाडा की तरफ से हम पूरे वर्ल्ड का टूर करके आज ननकाना साहिब की पवित्र धरती पर पहुंचे हैं जी। गुरु नानक साहिब के जो जन्म स्थान है यहाँ 20 मुल्कों से होते हुए जो 21वां मुल्क है। बहुत सारे डिफरेंट हमें अलग अलग तरह के एक्सपीरियंस देखने को मिले हैं सारी दुनिया में। पाकिस्तान अच्छा मुल्क है जी,
हमें आज यहाँ आए हुए करीबन 4 से 5 दिन हो गए। बलूचिस्तान से सिंध होते हुए हम पंजाब की इस पवित्र धरती में दाखिल हुए हैं। हर तरफ से बहुत ज्यादा प्यार मिल रहा है। 550 साल जो गुरपुरब है गुरु नानक देव जी का, वो इस साल इस पवित्र धरती ननकाना साहिब पर और सारी दुनिया में उसे सेलिब्रेट किया जा रहा है, जिसको डेडिकेट ही हमारी ये राइड है। इस राइड का जो मकसद है वो भी अमन और शांति का जो पैगाम है सारी दुनिया में हम बांटते आ रहे हैं। और गुरु नानक साहिब जिन्होंने सिख धर्म की जो बुनियाद है नींव रखी है, 3 जो मेन मुख्य पिलर्स हैं सिक्खी के, किरत करना, नाम जपना और वंड छकना, उस सिद्धांत के जरिए हम इस दुनिया में जाके दुनिया को गुरु नानक साहिब की जो शिक्षा है, उनकी जो शिक्षा उसको सारी दुनिया को बता रहे हैं। खालसा एड भी एक ऐसी संस्था है सिख कौम की जो इन तीनों ही किरत करना, नाम जपना और खास तौर पर वंश छकने की जो बात है वो सारी दुनिया में फैला रहे हैं। दुनिया में ह्यूमैनिटेरियन के जो सारे काम हैं उनकी तरफ से किए जा रहे हैं। बिना किसी जात, मजहब, धर्म, नस्ल, रंग के वो दुनिया के हर कोने में जाके जिसको भी जरूरत है मदद की, वो जाके मदद कर रहे हैं। उनका मैसेज लेके हम पूरी दुनिया में घूम रहे हैं जी। एक बार फिर ननकाना साहिब की पवित्र धरती से आप सब मीडिया का, यहाँ की जो प्रबंधक कमेटी जिसने बहुत ज्यादा बढ़िया तरीके से, अच्छे तरीके से हमारा जो स्वागत किया है जी, हम सभी के शुक्रगुजार हैं। दुनिया का हर सिख दुनिया के किसी भी कोने में हो, वो चाहता है जिंदगी में कि मैं जो सिख धर्म की बुनियाद है यहाँ रखी गई है वहां जाकर नतमस्तक हूँ। हम अपने आप को ब्लेस्ड समझते हैं कि हमें यहाँ आने का जो मौका प्राप्त हुआ है जी। थैंक यू। सिख धर्म ਦੇ ਵਿੱਚ ਜੋ ਸਮਾਜ ਸੇਵਾ ਵਿੱਚ ਲੱਗੀਆਂ ਹੋਈਆਂ ਨੇ, ਪਰ ਉਹਨਾਂ ਵਿੱਚੋਂ ਖਾਲਸਾ ਏਡ ਇੱਕ ਇਹੋ ਜਿਹੀ ਸੰਸਥਾ ਹੈ ਜਿਹੜੀ ਬਿਨਾਂ ਕਿਸੇ ਧਰਮ ਤੋਂ, ਜਾਤ ਤੋਂ, ਰੰਗ, ਨਸਲ ਨੂੰ ਵੇਖਣ ਤੋਂ ਬਿਨਾਂ ਮਨੁੱਖਤਾ ਦੀ ਸੇਵਾ ਵਿੱਚ ਜੁਟੀ ਹੋਈ ਹੈ। ਉਸ ਜਗ੍ਹਾ ਉੱਤੇ ਜਾ ਕੇ ਉਹ ਆਪਣੀ ਸੇਵਾ ਨਿਭਾਉਂਦੇ ਨੇ, ਹਿਊਮੈਨਿਟੇਰੀਅਨ ਦੇ ਕਾਰਜ ਕਰਦੇ ਨੇ ਜਿੱਥੇ ਹੋਰ ਕੋਈ ਵੀ ਸੰਸਥਾ ਪਹੁੰਚਣ ਦਾ ਜਿਗਰਾ ਨਹੀਂ ਰੱਖਦੀ। ਸੋ ਅਸੀਂ ਖਾਲਸਾ ਏਡ ਦਾ ਮੈਸੇਜ ਸਿੱਖ ਧਰਮ ਵਿੱਚ ਜੋ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੇ ਉਹ ਸੁਨੇਹਾ ਲੈ ਕੇ ਦੁਨੀਆ ਦੇ ਵਿੱਚ ਸੰਸਾਰ ਯਾਤਰਾ ਤੇ ਨਿਕਲੇ ਹੋਏ ਹਾਂ। 20 ਮੁਲਕ ਕਵਰ ਕਰਕੇ ਅੱਜ ਸਾਡੇ ਅਸੀਂ ਬੜੇ ਵੱਡੇ ਭਾਗ ਸਮਝਦੇ ਹਾਂ, ਜੋ ਕਿ ਹਰ ਇੱਕ ਦੁਨੀਆ ਵਿੱਚ ਵਸਣ ਵਾਲੇ ਸਿੱਖ ਦਾ ਸੁਪਨਾ ਹੁੰਦਾ ਹੈ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਜਾ ਕੇ ਨਤਮਸਤਕ ਹੋਣਾ। ਅਸੀਂ ਕੱਲ ਰਾਤ ਇੱਥੇ ਪਹੁੰਚੇ। ਪੂਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਇੱਥੋਂ ਦੇ ਜੋ ਵੀ ਮੋਤਬਰ ਸੱਜਣ, ਸਾਡੇ ਵੀਰ ਜੋ ਕਿ ਸਾਨੂੰ ਬਹੁਤ ਚਿਰ ਤੋਂ ਜੋ ਸਾਡਾ ਫੇਸਬੁੱਕ ਉੱਪਰ ਫੈਨ ਪੇਜ ਹੈ ਸਿੱਖ ਮੋਟਰਸਾਈਕਲ ਕਲੱਬ BC ਕੈਨੇਡਾ, ਉਸ ਤੇ ਮੈਸੇਜ ਭੇਜ ਰਹੇ ਨੇ ਕਦੋਂ ਨਨਕਾਣਾ ਸਾਹਿਬ ਪਹੁੰਚ ਰਹੇ ਹੋ। ਉਹ ਸਾਡਾ ਇੰਤਜ਼ਾਰ ਕਰ ਰਹੇ ਸੀ। ਉਹਨਾਂ ਨੇ ਬਹੁਤ ਵਧੀਆ ਪਿਆਰ ਸਾਨੂੰ ਰਾਤੀ ਬਖਸ਼ਿਆ। ਪਾਕਿਸਤਾਨ ਦੀ ਧਰਤੀ ਉੱਤੇ ਆ ਕੇ ਕੀ ਫੀਲ ਹੋਇਆ ਜੋ ਤੁਸੀਂ ਪੁੱਛ ਰਹੇ ਸੀ, ਅਸੀਂ ਸਾਰੇ ਮੁਲਕਾਂ ਵਿੱਚ ਗਏ ਆ। ਸਾਰੇ ਮੁਲਕਾਂ ਵਿੱਚ ਸਾਨੂੰ ਬਹੁਤ ਪਿਆਰ ਮਿਲਿਆ ਸਿੱਖ ਕਮਿਊਨਿਟੀ ਵੱਲੋਂ ਵੀ ਅਤੇ ਬਾਕੀ ਹਰ ਇੱਕ ਪਾਸਿਓਂ। ਟਰਕੀ ਵਿੱਚ ਅਸੀਂ ਗਏ ਆ, ਉੱਥੇ ਸਾਨੂੰ ਕੋਈ ਵੀ ਸਾਡਾ ਸਿੱਖ ਭਰਾ ਨਹੀਂ ਮਿਲਿਆ, ਪਰ ਜਿਹੜਾ ਵੀ ਸੱਜਣ ਮਿਲਿਆ ਜੀ ਉਹਨਾਂ ਨੇ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ, ਇੰਨਾ ਸਤਿਕਾਰ ਦਿੱਤਾ, ਅਸੀਂ ਉਹ ਬਿਆਨ ਨਹੀਂ ਕਰ ਸਕਦੇ। ਪਰ ਜਿਸ ਦਿਨ ਤੋਂ ਅਸੀਂ ਪਾਕਿਸਤਾਨ ਦੀ ਧਰਤੀ ਤੇ ਦਾਖਲ ਹੋ ਗਏ ਆ, ਤਫਤਾਨ ਬਾਰਡਰ ਤੋਂ ਅਸੀਂ ਈਰਾਨ ਵਾਲੇ ਪਾਸਿਓਂ ਦਾਖਲ ਹੋਏ ਸੀ, ਤੇ ਜੋ ਸਾਨੂੰ ਉੱਥੇ ਤਜਰਬਾ ਹੋਇਆ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਟਰਾਈ ਕਰ ਸਕਦਾ ਜੀ ਕਿ ਕਿਵੇਂ ਉਹਨਾਂ ਨੇ ਸਾਡਾ ਸਤਿਕਾਰ ਕੀਤਾ। ਉਹ ਕਹਿ ਰਹੇ ਸਾਡੇ ਮਹਿਮਾਨ ਹੋ, ਤੁਹਾਨੂੰ ਇਸ ਧਰਤੀ ਉੱਤੇ ਜੀ ਆਇਆਂ ਨੇ। ਤੇ ਸਾਨੂੰ ਪੰਜਾਬੀ ਬੋਲੀ ਆਪਣੀ ਜਦੋਂ ਸੁਣਨ ਨੂੰ ਮਿਲੀ, ਸਾਨੂੰ ਇੰਜ ਫੀਲ ਹੋਇਆ ਜਿਵੇਂ ਅਸੀਂ ਆਪਣੇ ਘਰ ਵਿੱਚ ਆ ਗਏ। ਮੈਂ ਇੰਨੇ ਸ਼ਬਦਾਂ ਵਿੱਚ ਬਿਆਨ ਕਰ ਸਕਦਾ। ਸੋ ਆਪ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜੀ, ਸ਼ੁਕਰੀਆ, ਮਿਹਰਬਾਨੀ। ਤੁਸੀਂ ਇੱਥੇ ਆਏ, ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ, ਸ਼ੁਕਰੀਆ। ਸਰਦਾਰ ਸਾਹਿਬ ਇੱਕ ਮਿੰਟ ਰੱਖਣਾ ਇੱਕ ਸਰਦਾਰ ਸਾਹਿਬ, ਤੁਸੀਂ ਦੁਨੀਆ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਪਾਕਿਸਤਾਨ ਦੇ ਬਾਰੇ? ਜੇ ਪਾਕਿਸਤਾਨ ਦਾ ਕੀ ਚਿਹਰਾ ਦਿਖਾਣਾ ਚਾਹੁੰਦੇ ਹੋ ਕਿ ਤੁਸੀਂ ਪਾਕਿਸਤਾਨ 'ਚ ਆਏ ਹੋ, ਪਾਕਿਸਤਾਨ ਨੂੰ ਤੁਸੀਂ ਕੈਸਾ ਪਾਇਆ? ਮੈਂ ਉਹੀ ਗੱਲ ਪਹਿਲਾਂ ਬਿਆਨ ਕਰਕੇ ਹਟਿਆ ਜੀ ਕਿ ਅਸੀਂ ਦੁਨੀਆ ਦੇ ਵੱਖਰੇ ਵੱਖਰੇ ਮੁਲਕਾਂ ਵਿੱਚ ਗਏ ਹਾਂ। ਬਹੁਤ ਸਾਰੇ ਤਜਰਬੇ ਸਾਨੂੰ ਵੇਖਣ ਨੂੰ ਮਿਲੇ, ਬਹੁਤ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਮਿਲੇ ਹਾਂ ਜੀ। ਸਾਰਿਆਂ ਵੱਲੋਂ ਹੀ ਸਾਨੂੰ ਪਿਆਰ ਮਿਲਿਆ। ਪਾਕਿਸਤਾਨ ਮੈਂ ਪਹਿਲੀ ਵਾਰੀ ਆਇਆ ਜੀ। ਮੇਰੇ ਨਾਲ ਜੋ ਸਾਡੇ 6 ਹੋਰ ਸਾਥੀ ਆਏ ਨੇ, ਜਿਨ੍ਹਾਂ ਦੇ ਵਿੱਚ ਪ੍ਰਭਜੀਤ ਸਿੰਘ ਅਤੇ ਮਨਦੀਪ ਸਿੰਘ ਢਾਲੀਵਾਲ, ਸੁਖਵੀਰ ਸਿੰਘ ਜੀ, ਜਸਮੀਤਪਾਲ ਸਿੰਘ ਅਤੇ ਆਜ਼ਾਦ ਸਿੰਘ ਸਿੱਧੂ, ਅਤੇ ਮੇਰਾ ਨਾਮ ਹੈ ਜੀ ਜਤਿੰਦਰ ਸਿੰਘ। ਅਸੀਂ ਸਾਰੇ ਹੀ ਜਦੋਂ ਪਾਕਿਸਤਾਨ ਦੀ ਧਰਤੀ ਉੱਤੇ ਪਹੁੰਚੇ ਹਾਂ ਤੇ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਬਾਹਰੋਂ ਜਦੋਂ ਅਸੀਂ ਪਲਾਨ ਕਰਦੇ ਹਾਂ, ਕਿਉਂਕਿ ਵੱਡੀ ਰਾਈਡ ਸੀ, ਲਗਭਗ 10,000 ਕਿਲੋਮੀਟਰ ਦਾ ਪੈਂਡਾ ਸੀ, ਅਤੇ ਇਸ ਵਿੱਚ ਅਸੀਂ ਟੋਟਲ 22 ਮੁਲਕ ਹੁਣ ਤੈਅ ਕਰ ਰਹੇ ਹਾਂ ਜੀ। ਅਤੇ
ਜਦੋਂ ਅਸੀਂ ਪਲਾਨ ਕਰ ਰਹੇ ਸੀ ਲਗਭਗ 1 ਸਾਲ ਤੋਂ ਉੱਪਰ ਸਾਨੂੰ ਪਲਾਨ ਕਰਦੇ ਨੂੰ ਰਾਈਡ ਹੋ ਗਿਆ ਸੀ ਤੇ ਸੁਣ ਰਹੇ ਸੀ ਕਿ ਕਿਵੇਂ ਕਿਸ ਮੁਲਕ ਵਿੱਚ ਕਿਵੇਂ ਦੇ ਹਾਲਾਤ ਵੇਖਣ ਨੂੰ ਮਿਲਣਗੇ, ਕਿਵੇਂ ਦੀਆਂ ਵੈਦਰ ਕੰਡੀਸ਼ਨਸ ਨੇ, ਕਿਵੇਂ ਦੀਆਂ ਡਰਾਈਵਿੰਗ ਕੰਡੀਸ਼ਨਸ ਨੇ, ਜਾਂ ਹਾਲਾਤ ਅੱਜ ਕੱਲ੍ਹ ਦੁਨੀਆ ਵਿੱਚ ਜਿਵੇਂ ਚੱਲ ਰਹੇ ਨੇ। ਬਹੁਤ ਕੁਝ ਸੁਣਨ ਨੂੰ ਮਿਲਿਆ, ਪੜ੍ਹਨ ਨੂੰ ਬਲੌਗਸ ਤੋਂ ਮਿਲਿਆ, ਪਰ ਜਿਵੇਂ ਅਸੀਂ ਆਉਂਦੇ ਗਏ ਆ ਸ਼ਾਇਦ ਸਾਨੂੰ ਵੱਖਰੇ ਤਜਰਬੇ ਹੋਏ ਨੇ, ਕਈ ਗੱਲਾਂ ਗਲਤ ਵੀ ਸਾਬਤ ਹੋਈਆਂ। ਪਾਕਿਸਤਾਨ ਬਾਰੇ ਜਦੋਂ ਅਸੀਂ ਬਲੋਚਿਸਤਾਨ ਤੋਂ ਐਂਟਰ ਕੀਤੇ ਆ, ਮੈਨੂੰ ਦੱਸਣ ਵਿੱਚ ਕੋਈ ਵੀ ਇਸ ਵਿੱਚ ਝਿਜਕਾਹਟ ਨਹੀਂ ਕਿ ਬਹੁਤ ਕੁਝ ਤੁਸੀਂ ਆਨਲਾਈਨ ਵੇਖਦੇ ਹੋ, ਮੀਡੀਆ ਵਿੱਚ ਵੇਖਦੇ ਹੋ ਕਿ ਜੀ ਬਹੁਤ ਜ਼ਿਆਦਾ ਖਤਰਾ ਹੈ ਔਰ ਪੈਂਡਾ ਤੈਅ ਕਰਨ ਨੂੰ ਯਕੀਨਨ ਅਸੀਂ ਵੀ ਪਰਿਵਾਰਾਂ ਵਾਲੇ ਆ, ਬੱਚੇ ਸਾਡੇ ਪਿੱਛੇ ਵੇਟ ਕਰ ਰਹੇ ਨੇ, 1.5 ਮਹੀਨੇ ਬਾਅਦ 2 ਮਹੀਨੇ ਬਾਅਦ ਜਾ ਕੇ ਮਿਲਾਂਗੇ ਉਹਨਾਂ ਨੂੰ। ਸਾਡੇ ਦੋਸਤ ਮਿੱਤਰ ਨੇ, ਅਸੀਂ ਕੇਵਲ 6 ਮੈਂਬਰ ਇੱਥੇ ਪਹੁੰਚੇ ਆ, ਪਰ ਸਾਡੇ ਸਿੱਖ ਮੋਟਰਸਾਈਕਲ BC ਕੈਨੇਡਾ ਦੇ ਵਿੱਚ 100 ਤੋਂ ਉੱਪਰ ਸਾਡੇ ਮੈਂਬਰ ਨੇ। ਸਾਡੇ ਹੋਰ ਵੀ ਸਿੱਖ ਮੋਟਰਸਾਈਕਲ ਕਲੱਬ ਅੰਟੈਰੀਓ ਵਿੱਚ ਬਣੇ ਹੋਏ ਨੇ, ਅਲਬਰਟਾ ਵਿੱਚ ਬਣੇ ਨੇ, ਸਸਕੈਚੁਅਨ ਵਿੱਚ ਬਣੇ ਨੇ। ਸਾਨੂੰ ਬੜੀ ਇਸ ਗੱਲ ਨੂੰ ਕਹਿੰਦਿਆਂ ਖੁਸ਼ੀ ਹੋ ਰਹੀ ਹੈ ਜੀ, ਗੁਰੂ ਨਾਨਕ ਸਾਹਿਬ ਨੇ ਜੋ ਸਿੱਖੀ ਦਾ ਬੂਟਾ ਲਾਇਆ ਸੀ ਹੁਣ ਉਹ ਸਾਰੇ ਮੁਲਕਾਂ ਵਿੱਚ ਵੱਧ ਫੈਲ ਰਿਹਾ ਹੈ ਜੀ, ਉਹ ਆਪਣੀਆਂ ਮਹਿਕਾਂ ਵੰਡ ਰਿਹਾ ਹੈ। ਕੈਨੇਡਾ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਸਾਨੂੰ ਆਪਣੇ ਸਾਰੇ ਧਾਰਮਿਕ ਅਕੀਦੇ ਬੜੀ ਚੰਗੀ ਤਰ੍ਹਾਂ ਪਾਕਿਸਤਾਨ ਦੀ ਤਰ੍ਹਾਂ ਹੀ ਸਾਨੂੰ ਮਾਨਣ ਦਾ ਪੂਰਾ ਹੱਕ ਹੈ। ਪਾਕਿਸਤਾਨ ਸਰਕਾਰ ਜਿਵੇਂ ਇਹ 550 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ, ਸਿੱਖ ਕੌਮ ਲਈ ਬਹੁਤ ਵਧੀਆ ਕਾਰਜ ਕਰ ਰਹੀ ਹੈ, ਇਸੇ ਤਰ੍ਹਾਂ ਕੈਨੇਡਾ ਵਿੱਚ ਵੀ ਸਾਨੂੰ ਬਹੁਤ ਸਤਿਕਾਰ ਮਿਲਦਾ ਹੈ ਜੀ। ਅਸੀਂ ਦਸਤਾਰਾਂ ਬੰਨ੍ਹ ਕੇ ਇਸੇ ਤਰ੍ਹਾਂ ਉੱਥੇ ਰਾਈਡ ਕਰਦੇ ਹਾਂ। ਸੋ ਪਿੱਛੇ ਸਾਡੇ ਦੋਸਤ ਮਿੱਤਰ ਨੇ ਉਹ ਵੀ ਦੁਆਵਾਂ ਕਰ ਰਹੇ ਨੇ ਕਿ ਅਸੀਂ ਵਾਪਸ ਆਈਏ। ਸੋ ਇਸੇ ਤਰ੍ਹਾਂ ਜਦੋਂ ਪਲਾਨ ਕਰ ਰਹੇ ਸੀ ਤੇ ਇੱਕ ਪਾਰਟ ਗਿਣਿਆ ਜਾਂਦਾ ਸੀ ਕਿ ਬਲੋਚਿਸਤਾਨ ਵਿੱਚ ਸ਼ਾਇਦ ਖਤਰਾ ਹੋਵੇਗਾ, ਅਸੀਂ ਕਨਸਰਨਡ ਸੀ। ਪਰ ਮੈਂ, ਮੇਰੇ ਸਾਥੀ, ਤੁਸੀਂ ਇਹਨਾਂ ਦੇ ਚਿਹਰਿਆਂ ਤੋਂ ਇਹ ਗੱਲ ਪੜ੍ਹ ਸਕਦੇ ਹੋ ਜੀ ਕਿ ਅਸੀਂ ਬਲੋਚਿਸਤਾਨ ਦੇ ਵਿੱਚੋਂ ਰਾਈਡ ਕਰਕੇ ਆਏ ਹਾਂ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਆਈ। ਜਿਸ ਦਿਨ ਅਸੀਂ ਤਫਤਾਨ ਬਾਰਡਰ ਵਿੱਚ ਆ ਕੇ ਅਜੇ ਐਂਟਰੀ ਕੀਤੇ ਆ, ਕਸਟਮ ਵਿੱਚ ਜਾ ਕੇ ਅਸੀਂ ਐਂਟਰੀਜ਼ ਕਰਵਾਉਣੀਆਂ ਸੀ ਤੇ ਅਸੀਂ 6 ਜਣੇ ਅਜੇ ਫਾਰਮ ਫਿਲ ਕਰ ਰਹੇ ਹਾਂ ਤੇ ਉੱਥੇ 2 ਬੱਸਿਸ ਆ ਗਈਆਂ, ਉਹਨਾਂ ਨੇ ਆ ਕੇ ਲੰਬੀ ਲਾਈਨ ਬਣਾ ਲਈ। ਅਸੀਂ ਕਿਹਾ ਵੀ ਹੁਣ ਸਾਡੇ 2 ਘੰਟੇ ਲੱਗ ਜਾਣਗੇ, ਪਰ ਜੋ ਆਫਿਸਰ ਸੀਗੇ ਉਹਨਾਂ ਨੇ ਕਿਹਾ ਕਿ ਸਰਦਾरों का काम पहले होगा। ਸਾਨੂੰ ਵੱਖਰਾ ਟ੍ਰੀਟ ਕੀਤਾ ਗਿਆ ਜੀ। ਜੋ ਲਾਈਨਾਂ ਵਿੱਚ ਲੱਗੇ ਹੋਏ ਲੋਕ ਨੇ, ਅਸੀਂ ਥੋੜਾ ਸ਼ਰਮਿੰਦਾ ਮਹਿਸੂਸ ਕਰ ਰਹੇ ਸੀ। ਅਸੀਂ ਕਿਹਾ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਕਿ ਸਾਨੂੰ ਮੂਹਰੇ ਲੈ ਕੇ ਜਾ ਰਹੇ ਆ। ਕਹਿੰਦੇ ਨਹੀਂ ਜੀ ਨਹੀਂ ਸਰਦਾਰ ਜੀ, ਤੁਸੀਂ ਸਾਡੇ ਮਹਿਮਾਨ ਹੋ, ਤੁਸੀਂ ਪਹਿਲਾਂ ਜਾਓਗੇ। ਸੋ ਬਹੁਤ ਪਿਆਰ ਸਾਨੂੰ ਮਿਲ ਰਿਹਾ ਜੀ। ਉੱਥੇ ਸਿਕਿਉਰਿਟੀ ਚੈੱਕਅਪ ਬਹੁਤ ਜ਼ਿਆਦਾ ਨੇ ਬਲੋਚਿਸਤਾਨ ਏਰੀਆ ਦੇ ਵਿੱਚ, ਪਰ ਜਿੱਥੇ ਵੀ ਅਸੀਂ ਰੁਕੇ ਆ ਸਾਨੂੰ ਕੋਲਡ ਡਰਿੰਕਸ ਆਫਰ ਕੀਤੀਆਂ ਜਾ ਰਹੀਆਂ ਜੀ। ਗਰਮੀ ਦਾ ਮੌਸਮ ਹੈ, ਸਾਨੂੰ ਠੰਡਾ ਪਾਣੀ ਪਿਲਾਇਆ ਜਾ ਰਿਹਾ ਤੇ ਬਹੁਤ ਜ਼ਿਆਦਾ ਪਿਆਰ ਸਤਿਕਾਰ ਮਿਲ ਰਿਹਾ। ਮੈਂ ਸਾਰੀ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਜੋ ਵੀ ਹਾਲਾਤ ਜਾਂ ਕਈ ਵਾਰ ਮੀਡੀਆ ਵਿੱਚੋਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਸਾਨੂੰ ਉਸ ਤੋਂ ਬਿਲਕੁਲ ਹੀ ਆਪੋਜ਼ਿਟ ਜਾਂ ਡਿਫਰੈਂਟ ਐਕਸਪੀਰੀਅੰਸ ਹੋਇਆ। ਬਹੁਤ ਚੰਗਾ ਐਕਸਪੀਰੀਅੰਸ ਸੀ। ਅਸੀਂ ਬੜੇ ਖੈਰ ਸਲਾਮਤ ਗੁਰੂ ਨਾਨਕ ਸਾਹਿਬ ਦੇ ਦਰ ਤੇ ਪਹੁੰਚੇ ਹਾਂ ਜੀ ਤੇ ਇਸੇ ਤਰ੍ਹਾਂ ਅਸੀਂ 2 ਦਿਨ ਇੱਥੇ ਰਹਿਣਾ ਹੈ ਜੀ। ਅੱਜ ਅਸੀਂ ਪੰਜਾ ਸਾਹਿਬ ਨੂੰ ਰਵਾਨਾ ਹੋ ਰਹੇ ਹਾਂ, ਉੱਥੇ ਨਤਮਸਤਕ ਹੋਵਾਂਗੇ, ਉੱਥੇ ਦਰਸ਼ਨ ਕਰਾਂਗੇ। ਉਸ ਤੋਂ ਬਾਅਦ ਲਾਹੌਰ ਦੀ ਧਰਤੀ ਉੱਪਰ ਜਾਵਾਂਗੇ ਜੀ ਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਜੋ ਸਥਾਨ ਹੈ ਉਹ ਵੇਖਾਂਗੇ, ਗੁਰਦੁਆਰਾ ਡੇਰਾ ਸਾਹਿਬ ਹੈ ਉਸਦੇ ਦਰਸ਼ਨ ਕਰਾਂਗੇ ਅਤੇ 11 ਤਰੀਕ ਹੈ ਜਿਹੜੀ ਸ਼ਨੀਵਾਰ ਦਾ ਦਿਨ ਹੈ ਜੀ, ਸ਼ਨੀਚਰਵਾਰ, ਉਸ ਦਿਨ ਅਸੀਂ ਵਾਹਗਾ ਕ੍ਰਾਸ ਕਰਕੇ ਤੇ ਚੜ੍ਹਦੇ ਪੰਜਾਬ ਵਿੱਚ ਜਾ ਰਹੇ ਹਾਂ। ਉੱਥੇ ਵੀ ਬਹੁਤ ਜ਼ਿਆਦਾ ਇੰਤਜ਼ਾਮ ਕੀਤੇ ਗਏ ਨੇ ਸਿੱਖ ਸੰਗਤ ਵੱਲੋਂ। ਅਸੀਂ ਜੋ ਵੀ ਤੁਹਾਡੇ ਵਿਊਅਰਸ ਵੇਖ ਰਹੇ ਨੇ ਦੱਸ ਰਹੇ ਹਾਂ ਕਿ ਅਸੀਂ